मेरी मेरी ईमानदारी ही मेरे दुश्मन बन गई है। मेरे एक्शन साहब ਜਿਹੜੇ ਨੇ ਉਹ ਮੈਨੂੰ ਕਹਿੰਦੇ ਕਿ ਕਰਪਸ਼ਨ 'ਤੇ ਮੇਰਾ ਸਾਥ ਦੇ, ਮੈਂ ਦਿੰਦਾ ਨਹੀਂ, ਇਸ ਕਰਕੇ ਮੈਨੂੰ ਉਹਨਾਂ ਨੇ ਜ਼ਮੀਨ 'ਤੇ ਬਿਠਾ ਦਿੱਤਾ। ਕੋਈ ਝੂਠ ਉਹਦੇ ਵੱਲੋਂ ਲਗਾਏ ਜਾ ਰਹੇ ਨੇ, ਜੋ ਮਰਜ਼ੀ ਉਹ ਕਰ ਸਕਦਾ ਹੈ। 8 ਸਾਲ ਤੋਂ ਮੇਰੇ ਅਗੇਂਸਟ ਕਦੇ ਝੂਠੀਆਂ ਕੰਪਲੇਂਟਾਂ ਪਾਉਂਦਾ ਹੈ, कभी कोई और कंप्लेंट पाता है, कभी आरटी। एक्सीएन आरपी सिंह पर लगे भ्रष्टाचार के आरोप, मेरी ईमानदारी ही बनी मेरी दुश्मन, कहा सुरिंदर पाल ने। पंजाब में जहां आम आदमी पार्टी की सरकार बनने के बाद कहा जा रहा था कि पंजाब में कोई भी सरकारी कर्मचारी रिश्वत नहीं लेगा और अगर कोई रिश्वत लेगा तो उसके खिलाफ कड़ी कार्रवाई की जाएगी, लेकिन जल सप्लाई और सैनिटेशन विभाग में एक अजीबोगरीब मामला सामने आया है, जहां जल सप्लाई और सैनिटेशन विभाग के कर्मचारी सुरिंदर पाल ने एक्सीएन रवदीश पाल पर भ्रष्टाचार के आरोप लगाए हैं। पत्रकारों से बातचीत करते हुए सुरिंदर पाल ने कहा कि इस विभाग के एक्सीएन आरपी सिंह द्वारा उन्हें रिश्वत लेने के लिए मजबूर किया जा रहा है। सुरिंदर पाल ने कहा कि हद तब हुई जब उन्होंने रिश्वत लेने से बिल्कुल मना कर दिया और उनके एक्सीएन की ओर से उनके कार्यालय की कुर्सी टेबल भी उठा ली गई, जिसके चलते अब वे ज़मीन पर बैठकर अपना काम कर रहे हैं। उन्होंने कहा कि उनकी ईमानदारी ही उनकी दुश्मन बन गई है। इसी के साथ उन्होंने मांग की कि एक्सीएन आरपी सिंह द्वारा उनका भविष्य बर्बाद कर दिया जाएगा, इसलिए उनकी यहाँ से बदली कहीं और कर दी जाए। वहीं इस मामले में जब एक्सीएन रवदीश पाल सिंह से बात की गई तो उन्होंने अपने पर लगे सभी आरोपों को निराधार बताया। मेरी ईमानदारी ही ਮੇਰੇ ਦੁਸ਼ਮਣ ਬਣ ਗਈ ਹੈ। ਮੇਰੇ ਐਕਸ਼ਨ ਸਾਹਿਬ ਜਿਹੜੇ ਨੇ ਉਹ ਮੈਨੂੰ ਕਹਿੰਦੇ ਕਿ ਕਰਪਸ਼ਨ 'ਤੇ ਮੇਰਾ ਸਾਥ ਦੇ, ਮੈਂ ਦਿੰਦਾ ਨਹੀਂ, ਇਸ ਕਰਕੇ ਮੈਨੂੰ ਉਹਨਾਂ ਨੇ ਜ਼ਮੀਨ 'ਤੇ ਬਿਠਾ ਦਿੱਤਾ। ਕਿੰਨੇ ਚਿਰ ਤੋਂ ਤੁਸੀਂ ਕੰਮ ਕਰ ਰਹੇ ਹੋ ਇਸ ਡਿਪਾਰਟਮੈਂਟ 'ਚ? ਮੈਂ ਸਰ ਲਗਭਗ 14 ਸਾਲਾਂ ਤੋਂ ਕੰਮ ਕਰ ਰਿਹਾ ਜੀ। ਐਕਸ਼ਨ ਸਾਹਿਬ ਕਦੋਂ ਇੱਥੇ ਜੁਆਇਨ ਕੀਤਾ ਉਹਨਾਂ ਨੇ? ਇਹ ਸਰ ਇਹਨਾਂ ਨੇ 1/6/2022 ਤੋਂ ਜੁਆਇਨ ਕੀਤਾ। ਪਹਿਲਾਂ ਸਸਪੈਂਡ ਹੋ ਕੇ ਪਟਿਆਲੇ ਇਹਨਾਂ ਨੂੰ ਮਕੈਨੀਕਲ ਡਿਵੀਜ਼ਨ 'ਚ ਲਗਾਇਆ ਗਿਆ ਸੀਗਾ ਅਤੇ ਹੁਣ 1/6 ਤੋਂ ਇੱਥੇ ਅਪਾਇੰਟ ਹੋਏ ਨੇ ਅਤੇ 6 ਮਹੀਨੇ ਹੋ ਚੱਲੇ ਇਹਨਾਂ ਨੂੰ ਇੱਥੇ। ਤੁਹਾਡੀ ਇਹਨਾਂ ਦੀ ਕੋਈ ਪਰਸਨਲ ਰੰਜਿਸ਼ ਹੈਗੀ ਹੈ ਜਿਸ ਕਰਕੇ ਇਹਨਾਂ ਨੇ ਤੁਹਾਡਾ ਕੰਪਿਊਟਰ ਤੇ ਟੇਬਲ ਚੇਅਰ ਖੋਲ੍ਹੇ ਜੇ? ਨਹੀਂ, ਮੇਰੀ ਕੋਈ ਪਰਸਨਲ ਰੰਜਿਸ਼ ਨਹੀਂ ਹੈ ਇਹਨਾਂ ਨਾਲ। ਇਹ ਸਿਰਫ ਇੱਕੋ ਹੀ ਇਹੀ ਆ ਕਿ ਇਹ ਕਹਿੰਦੇ ਕਰਪਸ਼ਨ 'ਚ ਮੇਰਾ ਸਾਥ ਦੇ, ਉਹ ਮੈਂ ਦੇ ਨਹੀਂ ਪਾਉਂਦਾ, ਮੇਰਾ ਜ਼ਮੀਨ ਨਹੀਂ ਕੰਮ ਕਰਦਾ, ਇਸ ਕਰਕੇ ਇਹਨਾਂ ਨੇ ਮੈਨੂੰ ਮਤਲਬ ਕਿ ਤੰਗ ਪਰੇਸ਼ਾਨ ਸ਼ੁਰੂ ਕਰਤਾ। ਪਹਿਲਾਂ ਕਦੀ ਕੰਪਿਊਟਰ ਚੁੱਕ ਲੈਂਦੇ ਆ, ਉਸ ਤੋਂ ਪਹਿਲਾਂ ਚੌਂਕੀ 'ਚ ਦਰਖਾਸਤਾਂ ਦਿੱਤੀਆਂ ਨੇ ਝੂਠੀਆਂ ਹੀ, ਉਹ ਹੁਣ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਟੇਬਲ ਚੁੱਕ ਲਿਆ ਜਿੱਥੇ ਮੈਂ ਕੰਮ ਕਰਦਾ ਸੀ ਸਰਕਾਰੀ ਕੰਮ। ਇਸ ਹਿਸਾਬ ਨਾਲ ਵੀ ਸਰਕਾਰੀ ਕੰਮ 'ਚ ਵੀ ਵਿਘਨ ਪੈ ਰਿਹਾ ਜੀ। ਟੇਬਲ ਚੁੱਕਣ ਤੋਂ ਪਹਿਲਾਂ ਇਹਨਾਂ ਨੇ ਕੋਈ ਲੈਟਰ ਜਾਂ ਆਰਡਰ ਜਾਂ ਤੁਹਾਨੂੰ ਟੈਲੀਫੋਨਿਕ ਕਨਵਰਸੇਸ਼ਨ ਹੋਈ ਸੀ ਕਿ ਤੁਹਾਡਾ ਟੇਬਲ ਕੁਰਸੀ ਲੈਣ? ਨਹੀਂ ਸਰ, ਕੋਈ ਮੈਨੂੰ ਇਤਲਾਹ ਨਹੀਂ। ਮੈਂ ਜਿਸ ਦਿਨ ਘਰੋਂ ਆਇਆ ਸਵੇਰੇ ਆ ਕੇ ਮੈਂ ਕਮਰੇ 'ਚ ਐਂਟਰ ਕੀਤਾ, ਦੇਖਿਆ ਅਤੇ ਮੇਰਾ ਟੇਬਲ ਨਹੀਂ ਸੀਗਾ ਅਤੇ ਮੈਂ ਇੱਥੇ ਮੁਲਾਜ਼ਮਾਂ ਨੂੰ ਪੁੱਛਿਆ, ਕਹਿੰਦੇ ਐਕਸ਼ਨ ਸਾਹਿਬ ਆਏ ਸੀ, 2 ਸੇਵਾਦਾਰ ਲੈ ਕੇ ਆਏ ਸੀ, ਜੀਵਨ ਮੁਰਾ ਅਤੇ ਵਿੱਕੀ, ਉਹਨਾਂ ਦੇ ਕੋਲੋਂ ਚੁਕਾ ਕੇ ਅਤੇ ਆਪਣਾ ਟੇਬਲ ਲੈ ਗਏ ਨੇ ਉੱਧਰ ਸੀ ਬ੍ਰਾਂਚ। ਹੁਣ ਤੁਹਾਡੇ ਵੱਲੋਂ ਆਫਿਸ ਦਾ ਕੰਮ ਕਿਸ ਤਰ੍ਹਾਂ ਕੀਤਾ ਜਾ ਰਿਹਾ? ਮੈਂ ਆਫਿਸ ਦਾ ਕੰਮ ਚਾਦਰ 'ਤੇ ਬੈਠ ਕੇ ਕਰ ਰਿਹਾ ਜੀ, ਜਿੱਥੇ ਮੈਂ ਬੈਠਾ ਇਸ ਟਾਈਮ ਹੀ, ਅਤੇ ਚਾਦਰ 'ਤੇ ਬੈਠ ਕੇ ਹੀ ਕੰਮ ਕਰ ਰਿਹਾ ਅਤੇ ਇਸ ਤਰ੍ਹਾਂ ਹੀ ਕਰ ਰਿਹਾ। ਕੱਲ੍ਹ 2 ਠੇਕੇਦਾਰ ਵੀ ਉਹਨਾਂ ਦਾ ਬਿੱਲ ਵੀ ਭੁਗਤਾਇਆ ਜੀ, ਮੈਸਮਪੁਰ ਖੁਰਦ ਔਰ ਨਿੱਜਰ ਬਲਾਕ ਦਾ, ਨਿੱਜਰ ਬਲਾਕ ਰਈਆ ਦਾ। ਅਤੇ ਤੁਹਾਨੂੰ ਡਿਪਾਰਟਮੈਂਟ ਵੱਲੋਂ ਕਿਉਂ ਟੇਬਲ ਚੇਅਰ ਨਹੀਂ ਦਿੱਤੀ ਜਾ ਰਹੀ? ਸਰ ਦੇਖੋ, ਮੈਨੂੰ ਇਸ ਡਿਪਾਰਟਮੈਂਟ ਵੱਲੋਂ ਚੇਅਰ ਦਾ ਅਤੇ ਸਾਰਿਆਂ ਨੂੰ ਫਰਨੀਚਰ ਦਿੱਤਾ ਜਾ ਰਿਹਾ, ਮੈਨੂੰ ਵੀ ਮਿਲਿਆ ਸੀਗਾ। ਸਿਰਫ ਇੱਕੋ ਹੀ ਕਾਰਨ ਹੈ ਕਿ ਇੱਕ ਪਾਵਰ ਦਾ ਮਿਸਯੂਜ਼ ਕਰ ਰਹੇ ਨੇ ਐਕਸ਼ਨ ਸਾਹਿਬ ਸ਼੍ਰੀ ਰਵਦੀਸ਼ ਪਾਲ ਸਿੰਘ ਜੀ। ਦੂਸਰਾ ਕਿ ਮੈਨੂੰ ਤੰਗ ਪਰੇਸ਼ਾਨ ਕਰਨ ਲਈ, ਮੈਨੂੰ ਮੈਂਟਲੀ ਹਰਾਸ ਕਰਨ ਦੇ ਲਈ ਇਹਨਾਂ ਨੇ ਟੇਬਲ ਮੇਰਾ ਚੁੱਕ ਲਿੱਤਾ ਗਿਆ ਅਤੇ ਮੈਂ ਸਰਕਾਰੀ ਕੰਮ 'ਚ ਵੀ ਮੇਰਾ ਆਪਣਾ ਇਹ ਵਿਘਨ ਪਾਉਣ ਦੀ ਕੋਸ਼ਿਸ਼ ਹੋਈ ਹੈ। ਇਸ ਦੇ ਖਿਲਾਫ ਤੁਸੀਂ ਕੰਪਲੇਂਟ ਵਗੈਰਾ ਪਾਈ ਕਿਸੇ ਨੇ? ਮੈਂ ਹੁਣ ਕੱਲ੍ਹ ਐਸਸੀ ਸਾਹਿਬ ਨੂੰ ਔਰ HOD ਸਾਹਿਬ ਨੂੰ ਮੈਂ ਕੰਪਲੇਂਟ ਦਿੱਤੀ, ਨਾਲ ਆਪਣੀਆਂ ਫੋਟੋਆਂ ਪਾਈਆਂ। ਜਿਹੜੇ ਠੇਕੇਦਾਰ ਮੇਰੇ ਕੋਲ ਬੈਠੇ ਸੀ, ਹੋਰ ਜਾਂ ਨੈਸ਼ਨਲ ਹਾਈਵੇ ਦੇ ਕੋਈ ਮੁਲਾਜ਼ਮ ਆਏ ਸੀ, ਉਹਨਾਂ ਨੇ ਵੀ ਡਿਸਕਸ ਮੇਰਾ ਕੋਈ ਐਸਟੀਮੇਟ ਕੀਤਾ, ਉਹਨਾਂ ਦੀਆਂ ਫੋਟੋਆਂ ਵੀ ਪਾ ਕੇ ਮੈਂ HOD ਸਾਹਿਬ ਔਰ ਨਿਗਰਾਨ ਇੰਜੀਨੀਅਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਮੇਰੀ ਜਾਂ ਤਾਂ ਇੱਥੋਂ ਬਦਲੀ ਕਰ ਦਿੱਤੀ ਹੈ। ਮੈਨੂੰ ਇੰਨੀ ਹਰਾਸਮੈਂਟ ਦੇ ਵਿੱਚ ਨਾ ਮੈਂ ਜਾਂ ਤਾਂ ਖੁਦਕੁਸ਼ੀ ਕਰ ਲਾਂਗਾ, ਕਿਉਂਕਿ ਮੇਰਾ ਮਤਲਬ ਕਿ ਬਹੁਤ ਬੁਰਾ, ਜਾਂ ਐਕਸ਼ਨ ਸਾਹਿਬ ਜਿਹੜੇ ਇੱਥੋਂ ਤੱਕ ਆ ਗਏ ਨੇ ਟੇਬਲ ਤੱਕ ਚੁੱਕਣ ਤੱਕ, ਕੱਲ੍ਹ ਨੂੰ ਮੇਰਾ ਜਾਨੀ ਮਾਨੀ ਨੁਕਸਾਨ ਜਾਂ ਮੇਰੇ ਪਰਿਵਾਰ ਦਾ ਹੀ ਨੁਕਸਾਨ ਕਰ ਸਕਦੇ ਆ ਜੀ। ਇੰਨੀ ਨਫ਼ਰਤ ਇਹਨਾਂ ਦੇ ਅੰਦਰ ਭਰੀ ਹੋਈ ਹੈ। ਲਗਾਏ ਜਾ ਰਹੇ ਨੇ, ਜੋ ਮਰਜ਼ੀ ਉਹ ਕਰ ਸਕਦਾ। 8 ਸਾਲ ਤੋਂ ਮੇਰੇ ਅਗੇਂਸਟ ਕਦੇ ਝੂਠੀਆਂ ਕੰਪਲੇਂਟਾਂ ਪਾਉਂਦਾ ਹੈ, ਕਦੇ ਕੋਈ ਹੋਰ ਕੰਪਲੇਂਟ ਪਾਉਂਦਾ, ਕਦੇ RT ਪਾਉਂਦਾ ਹੈ, ਸ਼ਿਕਾਇਤਾਂ ਵੱਖ-ਵੱਖ ਤਰ੍ਹਾਂ ਵੱਖ-ਵੱਖ ਜਗ੍ਹਾ 'ਤੇ ਕਰ ਰਿਹਾ ਹੈ, ਕਦੇ ਹਾਈ ਕੋਰਟ 'ਚ ਲਿਖ ਕੇ ਦੇ ਦਿੰਦਾ ਹੈ। ਹਾਲਾਂਕਿ ਮੇਰੇ ਨਾਲ ਪਰਸਨਲੀ ਉਹਨੇ ਨਿੱਜੀ ਮੇਰਾ ਪਿੱਛਾ ਤੱਕ ਕਰਦਾ ਰਿਹਾ, ਮੇਰੇ ਕਈ ਕੁਛ ਕੀਤਾ ਨਹੀਂ ਮੇਰੇ ਅਗੇਂਸਟ, ਸ਼ਿਕਾਇਤਾਂ ਕਿੱਥੇ ਪਾਈਆਂ ਹਾਈ ਕੋਰਟ ਨੂੰ। ਪਰਸਨਲੀ ਤੁਹਾਡੇ 'ਤੇ? ਜੀ ਬਿਲਕੁਲ, ਤੁਹਾਡੇ ਨਾਲ? ਹਾਂਜੀ ਬਿਲਕੁਲ ਪਰਸਨਲ। ਇਹਦੇ ਕਹਿੰਦਾ ਪਹਿਲਾਂ ਸਸਪੈਂਡ ਹੋਇਆ ਸੀ 8 ਸਾਲ ਪਹਿਲਾਂ, ਉਹਦਾ ਹੀ ਆਪਣੀ ਦੁਸ਼ਮਣੀ ਕੱਢੀ ਜਾਂਦਾ ਅੱਜ ਤੱਕ ਮੈਨੂੰ ਸਮਝਦਾ। ਸੁਰਿੰਦਰ ਪਾਲ। ਉਦੋਂ ਵੀ ਸਰ ਤੁਸੀਂ ਇੱਥੇ ਸੀਗੇ? ਉਦੋਂ ਮੇਰੇ ਕੋਲ ਪੋਸਟਰ ਮੇਰੇ ਕੋਲ ਸੀ, ਜਿਹੜੀ ਹੱਥਾਪਾਈ ਕੀਤੀ ਸੀ ਦੂਜੇ ਅਫਸਰ ਨਾਲ, ਉਹ ਦੂਜੇ ਅਫਸਰ ਦੇ ਸੀਗੇ ਸਾਡੇ ਸੀਨੀਅਰ ਸਨ, ਉਹਨਾਂ ਨੂੰ ਹੱਥੋਂ ਪਾਈ ਕੀਤੀ ਸੀ, ਤਦ ਸਸਪੈਂਡ ਹੋਇਆ ਸੀ। ਪਰ ਕਿਉਂਕਿ ਮੇਰੀ ਡਿਵੀਜ਼ਨ 'ਚ ਹੈਗਾ ਸੀ, ਉਹਲੇ ਮੈਨੂੰ ਰਿਸਪੌਂਸਿਬਲ ਸਮਝਦਾ। ਅੱਜ ਤੱਕ ਮੇਰੇ ਅਗੇਂਸਟ 8 ਸਾਲ ਤੋਂ
ਵੱਖ-ਵੱਖ ਕੰਪਲੇਂਟਾਂ ਕਰ ਰਿਹਾ ਮੇਰੇ ਨਾਂ 'ਤੇ, ਕਦੇ ਕਿਸੇ ਨੂੰ ਪਾ ਦਿੰਦਾ, ਕਦੇ ਗਵਰਨਰ ਨੂੰ ਪਾਉਂਦਾ, ਕਦੇ ਹਾਈ ਕੋਰਟ ਪਾਉਂਦਾ, ਕਦੇ ਚੀਫ ਮਿਨਿਸਟਰ ਨੂੰ ਪਾਉਂਦਾ, ਕਦੇ ਡੀ ਸਾਹਿਬ ਨੂੰ ਪਾਉਂਦਾ, ਔਰ ਕਦੇ ਅਫਸਰਾਂ ਨੂੰ ਮਿਸਗਾਈਡ ਕਰਦਾ, ਸਾਰਿਆਂ ਨੂੰ ਮਿਸਗਾਈਡ ਕਰਦਾ। 2018 'ਚ ਤੁਸੀਂ ਵੀ ਸਸਪੈਂਡ ਹੋਏ ਸੀ 2018 ਵਿੱਚ ਉਹਦੀ ਇਨਕੁਆਇਰੀ ਹੋ ਚੁੱਕੀ, ਉਹ 'ਚੋਂ ਮੈਨੂੰ ਬੇਦੋਸ਼ ਮਤਲਬ ਬਿਲਕੁਲ ਹੋਇਆ, ਨਿਰਦੋਸ਼ ਸਾਬਤ ਹੋਇਆ। ਸਰ ਹੁਣ ਤੁਸੀਂ ਉਹ ਵੀ ਇਹਦਾ ਹੀ ਕੀਤਾ ਕਰਾਇਆ ਸੀਗਾ, ਇਹਨੇ ਹੀ ਲੋਕਾਂ ਨੂੰ ਗਲਤ ਪਾਸੇ ਤੋਰਿਆ ਸੀ, ਪਤਾ ਕਿਉਂਕਿ ਮਿਸਗਾਈਡ ਕਰਦਾ ਹੈ, ਔਰ ਇਸ ਤਰ੍ਹਾਂ ਹੋਇਆ। ਔਰ ਸਰਕਾਰ ਨੇ ਇਹਦੀ ਕੰਪਲੇਂਟ ਦਿੱਤੀ ਜਿਹੜਾ ਤੁਹਾਡੇ ਤੇ ਐਲੀਗੇਸ਼ਨ ਲਾ ਕੇ ਕੱਲ ਮੀਡੀਆ ਦੇ ਆ ਕਿ ਮੇਰੇ ਦਫ਼ਤਰ ਦੇ ਮੇਰੇ ਕੋਲ ਜੋ ਚਿੱਠੀਆਂ ਨੇ ਪਾਈਆਂ ਨੇ ਪਰ ਸਰਕਾਰ ਨੂੰ, ਉਹਨਾਂ ਦਾ ਮੈਂ ਜਵਾਬ ਦੇ ਚੁੱਕਾ ਹਾਂ। ਸਰ ਉਹ ਕਹਿੰਦੇ ਕਿ ਕੁਰਸੀਆਂ ਦੇ ਟੇਬਲ ਵੀ ਖੋਲਿਆ ਜਾਂ ਕੁਰਸੀ ਟੇਬਲ ਤਾਂ ਕੋਈ ਨਹੀਂ ਖੋਇਆ, 8 ਟੇਬਲ ਉੱਥੇ ਪਏ ਨੇ ਜਿਹੜੇ ਖਾਲੀ ਪਏ ਨੇ ਬਿਲਕੁਲ ਬ੍ਰਾਂਚ ਵਿੱਚ। ਜਿਹੜਾ ਕਮਰਾ ਮਾਲੀ ਬੈਠਾ ਉਹ ਹੈੱਡ ਹਾਊਸਮੈਨ ਸਾਹਿਬ ਦਾ ਕਮਰਾ, ਜਦੋਂ ਹੈੱਡ ਹਾਊਸਮੈਨ ਸਾਹਿਬ ਆਉਣਗੇ ਉਹਨਾਂ ਨਵਾਂ ਲੈ ਦਾਂਗੇ, ਪਰ ਕਿਉਂਕਿ ਇੱਥੇ ਸਾਡੇ ਕੋਲ ਫਰਨੀਚਰ ਦੀ ਕਮੀ ਸੀ, ਉਹ ਮੈਂ ਸਟੈਨੋ ਤੇ ਆਪਣੇ ਸੋਸ਼ਲ ਸਟਾਫ ਨੂੰ ਟੇਬਲ ਦਿੱਤਾ ਹੈ। ਉਹ ਹੈੱਡ ਹਾਊਸਮੈਨ ਕਮਰਾ, ਉਹ ਕਮਰਾ ਇਹਨਾਂ ਦਾ ਹੈ ਹੀ ਨਹੀਂ ਹੈ ਜਿੱਥੇ ਦਰੀ ਨਾਲ ਵਿਛਾਈ ਹੋਈ, ਉਹ ਅੰਦਰ ਟੇਬਲ ਛੋਟੇ ਕਮਰੇ 'ਚ ਪਰਦੇ ਲਾ ਕੇ ਅੰਦਰ ਗਲਤ ਮਤ ਕੰਮ ਕਰਦਾ ਹੈ, ਤਾਂ ਮਤਲਬ ਉੱਥੇ ਬਹਿ ਕੇ ਗਲਤ ਕੰਮ ਕਰਨਾ ਚਾਹੁੰਦਾ ਹੈ, ਉਹ ਮੈਂ ਉਸ ਨੂੰ ਕਰ ਹੀ ਨਹੀਂ ਕਰਦਾ। ਪਰਦਾ ਲਗਾ ਕੇ ਤਾਂ ਉਹਦੇ ਖਿਲਾਫ ਇਹੀ ਜੇ ਉਹ ਕਮਰੇ ਨੂੰ ਬਾਹਰ ਬਹਿਣ ਲਈ ਕਿਹਾ, ਬਾਹਰ ਬੈਠਣ ਵਾਸਤੇ ਕਿਹਾ ਪਹਿਲਾਂ ਤਾਂ, ਇਹ ਜਿਹੜੀ ਕਾਰਵਾਈ ਕਰਦਾ ਉੱਥੇ ਬਹਿ ਕੇ ਅੰਦਰ ਕਰਦਾ। ਸਰ ਡਿਪਾਰਟਮੈਂਟ ਨੂੰ ਲਿਖਿਆ ਜਾਏਗਾ ਤੁਹਾਡਾ ਹਾਈਵੇ ਦਾ ਆਫਿਸ ਅਸੀਂ ਕਰ ਚੁੱਕੇ ਹਾਂ, ਅਸੀਂ ਲਿਖ ਚੁੱਕੇ ਹਾਂ। ਕੋਈ ਆਇਆ ਕੰਪਲੇਂਟ ਆਇਆ ਕੋਈ? ਨਹੀਂ ਅੱਗੇ ਕੁਛ ਨਹੀਂ ਆਇਆ, ਹੁਣੇ ਕੀਤਾ। ਲੱਗਦਾ ਕਿ ਜਿਸ ਤਰ੍ਹਾਂ ਉਹ ਭੁੰਜੇ ਬੈਠੇ ਨੇ, ਇਸ ਤਰ੍ਹਾਂ ਸਰਕਾਰ ਦਾ ਅੰਸ਼ ਭਗਵੰਤ ਮਾਨ ਸਰਕਾਰ ਦੀ ਜਿਹੜੀ ਹੈ ਬਦਨਾਮੀ ਹੋ ਰਹੀ ਹੈ। ਇੱਕ ਬੰਦੇ ਦੇ ਵਿਹਾਰ ਨਾਲ ਸਰਕਾਰ ਦਾ ਅਕਸ ਨਹੀਂ ਨਾਪਿਆ ਜਾ ਸਕਦਾ। ਸਰਕਾਰ ਦੇ ਅਕਸ ਮੇਰੇ ਦਫ਼ਤਰ 17 ਕਰਮਚਾਰੀ ਹੋਰ ਵੀ ਹੈਗੇ ਨੇ ਜਿਹੜੇ ਹੈਰਾਨ ਆਪਣਾ ਕੰਮ ਰਹੇ, ਇਸ ਬੰਦੇ ਨੂੰ ਕੋਈ ਕੰਮ ਨਹੀਂ ਕੀਤਾ, ਬਾਰ-ਬਾਰ ਕਹਿਣ ਦੇ ਬਾਅਦ ਵੀ ਉਹਦੀ ਐਕਸਪਲੇਨੇਸ਼ਨ ਅਸੀਂ ਕਾਲ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਪਰ ਇਹ ਜਾਣ ਕੇ ਉੱਥੇ ਦਰੀ ਹੋ ਰਿਹਾ ਗਲਤ ਕਮਰੇ, ਜਿਹੜਾ ਕਮਰਾ ਹੈ ਹੀ ਨਹੀਂ, ਹੈੱਡ ਹਾਊਸਮੈਨ ਦਾ ਕਮਰਾ, ਅਤੇ ਉੱਥੇ ਆਪਣਾ ਲੋਕਾਂ 'ਤੇ ਗਲਤ ਮਿਸਗਾਈਡ ਕਰ ਰਿਹਾ ਸਾਰਿਆਂ ਨੂੰ। ਸਰ ਇਹਦੇ ਖਿਲਾਫ ਵੀ ਕੋਈ ਇਨਕੁਆਇਰੀ ਲੱਗੀ ਹੈ? ਕਿਹਦੇ? ਇਹ ਜਿਹੜਾ ਸੁਰਿੰਦਰਪਾਲ ਦੇ ਖਿਲਾਫ ਇਨਕੁਆਇਰੀ ਕਿਸੇ ਰਾਜੀਨਾਮਾ ਹੋ ਗਿਆ ਸੋਨਾ ਅਫਸਰਾਂ ਨੂੰ, ਉਹੀ ਇਨਕੁਆਇਰੀ ਸੀ। ਤੁਹਾਡੇ ਮਾਨ ਨੂੰ ਤੇ ਠੇਸ ਪਹੁੰਚਣ ਦੀ ਨਹੀਂ, ਜਿਸ ਤਰ੍ਹਾਂ ਬਿਲਕੁਲ ਪਹੁੰਚੀ। ਕੋਈ ਦਾਅਵਾ ਕੀਤਾ ਕੋਈ ਮਾਨ? ਮੈਂ ਬਿਲਕੁਲ ਕੁਛ ਦਿਨ ਪਹਿਲਾਂ ਮੇਰੇ ਨਾਲ ਇਹਨੇ ਬਦਤਮੀਜ਼ੀ ਕੀਤੀ, ਸੋ ਮੈਂ ਪੁਲਿਸ ਕੰਪਲੇਂਟ ਕੀਤੀ ਹੋਈ ਹੈ, ਜੇ ਤੇਜ ਤੱਕ ਕੋਈ ਕਾਰਵਾਈ ਨਹੀਂ ਹੋਈ। ਦੂਸਰੇ ਪਾਸੇ ਸਰ ਜੇ ਦੇਖਿਆ ਜਾਵੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੇਰੇ ਜਿਹੜੇ ਆ ਕੋਟੇਸ਼ਨਾਂ ਦੇ ਉੱਤੇ ਜਾਲੀ ਸਾਈਨ ਕੀਤੇ ਗਏ ਨੇ, ਸਰਕਾਰ ਨੂੰ ਚੂਨਾ ਲਗਾਇਆ ਗਿਆ। ਇਹ ਮੈਂ ਪਹਿਲੇ ਦੱਸਿਆ ਜਿਵੇਂ 8 ਸਾਲ ਤੋਂ ਅਲੱਗ-ਅਲੱਗ ਤਰ੍ਹਾਂ ਕੰਪਲੇਂਟਾਂ ਕਰਦਾ ਆ ਰਿਹਾ, ਇਹ ਵੀ ਇੱਕ ਝੂਠੀ ਕੰਪਲੇਂਟ ਹੈ, ਕਿਉਂਕਿ ਮੈਨੂੰ ਅਦਰਵਾਈਜ਼ ਜਾਲੀ ਸਾਈਨ ਕਰਨ ਦੀ ਜ਼ਰੂਰਤ, ਕਿਉਂਕਿ ਸਾਈਨਾਂ ਦੀ ਹੀ ਲੋੜ ਨਹੀਂ, ਜੇ ਮੈਂ ਆਪਣੀ ਮੋਹਰ 'ਤੇ ਇਕੱਲਾ ਸਾਈਨ ਵੀ ਕਰਦਾ ਨਾ ਤਾਂ ਵੀ ਉਹ ਸਫੀਸ਼ੀਐਂਟ ਹੈ, ਮੈਨੂੰ ਜਾਲੀ ਸਾਈਨਾਂ ਦੀ ਜ਼ਰੂਰਤ ਹੀ ਨਹੀਂ ਹੈਗੀ ਕਿਸੇ ਦੀ ਵੀ। ਔਰ ਜੋ ਵੀ ਸਭ ਕੁਛ ਪ੍ਰੋਸੀਜਰ ਹੁੰਦਾ ਸਾਰਾ ਕੰਮ ਇਸ ਤਰ੍ਹਾਂ ਨਹੀਂ ਹੈ। ਐਲੀਗੇਸ਼ਨ ਆਉਣ ਇਹਨੂੰ ਕੰਮ ਹੀ ਇਹੀ ਹੈਗਾ ਕਿ ਹੋਰ ਕੋਈ ਗੱਲ ਹੀ ਨਹੀਂ ਹੈ। ਸਰ ਇਹ ਹੁਣ ਔਨ ਰਿਕਾਰਡ ਵਰਕਿੰਗ ਕਰ ਰਿਹਾ? ਵਰਕਿੰਗ ਤਾਂ ਕਰਦਾ ਹੀ ਨਹੀਂ, ਕ੍ਰੀਏਟਿਵ ਕੰਮ ਕਿਹੜਾ ਕਰ ਰਿਹਾ, ਕੋਈ ਨਹੀਂ ਕਰਦਾ। ਅਸੀਂ ਹੁਣ ਇਲੈਕਸ਼ਨ ਕਾਲ ਕਰ ਰਹੇ, ਤੂੰ ਆਹ ਕੰਮ ਤੋਂ ਆਉਂਦੀ ਇਨਫੋਰਮੇਸ਼ਨ, ਇਹ ਕਹਿੰਦਾ ਮੈਂ ਫਲਾਣੀ ਇਲੈਕਸ਼ਨ ਡਿਊਟੀ ਜਾਂ ਕੁਛ, ਜਦ ਕਿ ਇਲੈਕਸ਼ਨ ਡਿਊਟੀ ਦੇ ਨਾਲ ਆਪਾਂ ਦਫ਼ਤਰ ਦਾ ਕੰਮ ਵੀ ਕਰਨਾ ਹੁੰਦਾ ਹੈ। ਇਹ ਕਹਿੰਦਾ ਮੈਂ ਕੋਈ ਕੰਮ ਨਹੀਂ ਹੋਰ ਕਰਨਾ, ਕਦੇ ਮੈਂ ਰੈਸਟ ਕਰਨਾ, ਕਦੇ ਕੁਛ ਹੈ, ਕੰਮ ਤੇ ਕਰਦਾ ਹੀ ਕੋਈ ਨਹੀਂ। ਅਸੀਂ ਲਿਖਿਆ ਸਰਕਾਰ ਨੂੰ ਕੰਮ ਨਹੀਂ ਕਰਦਾ, ਇਹਨੂੰ ਉੱਥੇ ਬਦਲੀ ਕੀਤੀ ਜਾਵੇ। ਸਰ ਤੁਹਾਡੇ ਕੋਲ ਕੋਈ ਜੀ ਵੱਲੋਂ ਤਫਤੀਸ਼ ਕੀਤੀ ਹੈ ਜੀ ਕਿ ਪਹਿਲੇ ਤਾਂ ਮੈਂ ਦੱਸਣਾ ਚਾਹਾਂਗੀ ਕਿ ਸਾਡੀ ਐਨਜੀਓ ਦਾ ਨਾਮ ਹੈ ਤੱਥ ਐਨਜੀਓ। ਮੈਂ ਐਡਵੋਕੇਟ ਹਰਮਿੰਦਰ ਅਰੋੜਾ, ਤੱਥ ਐਨਜੀਓ ਦੇ ਬੈਨਰ ਦੇ ਹੇਠ ਅਸੀਂ ਕੱਲ੍ਹ ਤੁਹਾਡੇ ਸਾਰੇ ਚੈਨਲਸ ਉੱਤੇ ਨਿਊਜ਼ ਦੇਖੀ। ਨਿਊਜ਼ ਦੇਖ ਕੇ ਵਾਕਈ ਬਹੁਤ ਦੁੱਖ ਲੱਗਾ ਕਿ ਇੱਕ ਇਨਸਾਨ ਜਿਹੜਾ ਕੰਮ ਕਰਨਾ ਚਾਹ ਰਿਹਾ, ਅਗਰ ਉਹਦੇ ਆਫਿਸ ਦੇ ਵਿੱਚ ਕੋਈ ਵੀ ਫਰਨੀਚਰ ਨਹੀਂ ਹੈ, ਵਟਸਐਵਰ ਦ ਰੀਜ਼ਨ ਇਜ਼, ਉਹ ਇੱਕ ਬਾਤ ਦੀ ਗੱਲ ਹੈ, ਲੇਕਿਨ ਇੱਕ ਸਰਕਾਰੀ ਅਦਾਰੇ ਦੇ ਵਿੱਚ, ਸਰਕਾਰੀ ਦਫ਼ਤਰ ਦੇ ਵਿੱਚ ਸਰਕਾਰੀ ਮੁਲਾਜ਼ਮ ਦੇ ਕੋਲ ਟੇਬਲ ਨਹੀਂ ਹੈ, ਖਾਲੀ ਇੱਕ ਚੇਅਰ ਦਿੱਤੀ ਗਈ ਹੈ। ਉਹ ਡਰਾਫਟਿੰਗ ਦਾ ਕੰਮ ਕਰਦੇ ਨੇ। ਅਸੀਂ ਉਹਨਾਂ ਦੇ ਕੋਲ ਅੱਜ ਮਿਲੇ ਹਾਂ, ਮੈਂ ਐਕਸੀਅਨ ਸਾਹਿਬ ਨੂੰ ਵੀ ਮਿਲੀ ਹਾਂ। ਐਕਸੀਅਨ ਸਾਹਿਬ ਨੇ ਆਪਣੇ ਉਹ ਕਾਜ਼ਸ ਦਿੱਤੇ, ਉਹ ਕਹਿੰਦੇ ਜੀ ਸਾਨੂੰ ਨਜਾਇਜ਼ ਮੈਨੂੰ ਇਹ ਬੰਦਾ ਤੰਗ ਪਰੇਸ਼ਾਨ ਕਰਦਾ, ਜਦ ਕਿ ਇਹ ਜਿਹੜੇ ਪੇਪਰਸ ਮੈਨੂੰ ਪਕੜਾਏ ਗਏ, ਔਰ ਮੈਂ ਸੁਰਿੰਦਰ ਜੀ ਦੇ ਨਾਲ ਗੱਲ ਕੀਤੀ ਹੈ, ਉਹਨਾਂ ਨੂੰ ਮੈਂ ਪਹਿਲੇ ਇਹ ਪੁੱਛਿਆ ਜੀ ਤੁਸੀਂ ਕਿਸ ਪੋਸਟ 'ਤੇ ਅੰਡਰ ਇਹ ਕੰਮ ਕਰ ਰਹੇ ਹੋ? ਉਹਨਾਂ ਨੇ ਕਿਹਾ ਜੀ ਮੇਰੇ ਜਿਹੜੇ ਸਾਈਨ ਹੈ ਫॉर HDM, ਦੈਟ ਇਜ਼ ਹੈਡ ਡਰਾਫਟਸਮੈਨ ਦੇ ਅੰਡਰ ਮੇਰੇ ਸਾਈਨ ਹੁੰਦੇ ਨੇ, ਔਰ ਉਸ ਚੀਜ਼ ਦੇ ਉੱਤੇ ਐਕਸੀਅਨ ਸਾਹਿਬ ਆਪ ਸਾਈਨ ਕਰਦੇ ਨੇ। ਇਟ ਮੀਨਸ ਕਿ ਅਗਰ ਇਹ ਕਮਰਾ ਹੈਡ ਡਰਾਫਟਸਮੈਨ ਦਾ ਹੈ ਤੇ ਇੱਥੇ ਪੋਸਟ ਜਿਹੜੀ ਹੈ ਹੈਡ ਡਰਾਫਟਸਮੈਨ ਦੀ ਵੇਕੈਂਟ ਹੈ, ਲੇਕਿਨ ਅਗਰ ਕੰਮ ਇੱਕ ਡਰਾਫਟਸਮੈਨ ਦੇ ਕੋਲੋਂ ਹੈਡ ਡਰਾਫਟਸਮੈਨ ਦਾ ਲਿਆ ਜਾ ਰਿਹਾ ਹੈ ਤੇ ਇਟ ਮੀਨਸ ਕਿ ਉਹ ਬੰਦਾ ਇਹ ਕਮਰਾ ਵੀ ਡਿਜ਼ਰਵ ਕਰਦਾ ਹੈ। ਸਭ ਤੋਂ ਪਹਿਲੇ ਲੌਜੀਕਲ ਗੱਲ ਇਹ ਹੈ ਜੀ। ਦੂਸਰੀ ਗੱਲ, ਅਗਰ ਇਸ ਕਮਰੇ ਦੇ ਵਿੱਚੋਂ ਫਰਨੀਚਰ ਚੁੱਕਿਆ ਗਿਆ ਤੇ ਐਟਲੀਸਟ ਉਸ ਬੰਦੇ ਨੂੰ 2 ਦਿਨ ਪਹਿਲੇ ਜਾਂ 3 ਦਿਨ ਪਹਿਲੇ ਤੁਸੀਂ ਪ੍ਰਾਇਰ ਇਨਫੋਰਮੇਸ਼ਨ ਦੇ ਦਿਓ ਕਿ ਤੁਹਾਨੂੰ ਅਸੀਂ ਇਸ ਕਮਰੇ ਤੋਂ ਇਸ ਕਮਰੇ ਦੇ ਵਿੱਚ ਜਾਂ ਫਲਾਨੀ ਟੇਬਲ ਦੇ ਉੱਤੇ ਅਸੀਂ ਸ਼ਿਫਟ ਕਰਨ ਲੱਗੇ ਹਾਂ। ਉਹਨਾਂ ਦਾ ਕਹਿਣਾ ਇਹ ਹੈ ਜੀ ਕਿ ਮੈਨੂੰ ਕੋਈ ਵੀ ਇਨਫੋਰਮੇਸ਼ਨ, ਪ੍ਰਾਇਰ ਇਨਫੋਰਮੇਸ਼ਨ ਨਹੀਂ ਦਿੱਤੀ ਗਈ। ਮੈਂ ਜਦੋਂ ਸਵੇਰੇ ਆਪਣੇ ਘਰ ਤੋਂ ਇਸ ਦਫ਼ਤਰ ਦੇ ਵਿੱਚ ਕੰਮ ਕਰਨ ਲਈ ਆਇਆ ਅਤੇ ਮੇਰੇ ਆਫਿਸ ਦੇ ਵਿੱਚ ਕੋਈ ਟੇਬਲ ਨਹੀਂ ਸੀ, ਕੋਈ ਕੰਪਿਊਟਰ ਨਹੀਂ ਸੀ। ਐਟਲੀਸਟ ਤੁਸੀਂ ਇਹ ਸੋਚ ਸਕਦੇ ਹੋ ਕਿ ਇੱਕ ਡਰਾਫਟਸਮੈਨ ਦਾ ਕੰਮ ਅਗਰ ਡਰਾਫਟਿੰਗ ਕਰਨ ਦਾ, ਡਰਾਇੰਗ ਕਰਨ ਦਾ ਜਾਂ ਕੋਈ ਵੀ ਕੰਮ ਕਰਨ ਦਾ, ਤਾਂ ਉੱਥੇ ਟੇਬਲ 'ਤੇ ਚਾਹੀਦਾ। ਇੱਕ ਜੈਨੂਇਨ ਕਾਜ਼ ਹੈ। ਇੱਕ ਟੇਬਲ ਤੋਂ ਬਿਨਾਂ ਇਕੱਲੀ ਕੁਰਸੀ ਦੇ ਉੱਤੇ ਬੈਠ ਕੇ ਕੀ ਮੈਂ ਸਾਈਨ ਕਰ ਸਕਦੀ ਹਾਂ ਜਾਂ ਤੁਸੀਂ ਸਾਈਨ ਕਰ ਸਕਦੇ ਹੋ ਜਾਂ ਐਸਟੀਮੇਟ ਬਣਾ ਸਕਦੇ ਹਾਂ?
ਦਿਸ ਇਜ਼ ਐਬਸੋਲੂਟਲੀ ਨਾਟ ਪੋਸੀਬਲ। ਇੰਜੀਨੀਅਰ ਆਰਪੀ ਸਿੰਘ ਵੱਲੋਂ ਕਿਹਾ ਕਿ ਉਹਨਾਂ ਨੇ ਹੀ ਟੇਬਲ ਕੁਰਸੀਆਂ ਇਹਨਾਂ ਦੀਆਂ ਚੁਕਾਈਆਂ ਨਹੀਂ। ਮੈਂ ਹੁਣੇ ਉਹਨਾਂ ਨੂੰ, ਮੈਂ ਤੁਹਾਨੂੰ ਦੱਸਿਆ, ਮੈਂ ਬੇਨਤੀ ਕਰ ਰਹੀ ਹਾਂ ਕਿ ਮੈਂ ਉਹਨਾਂ ਨੂੰ, ਅਸੀਂ ਆਪਣੀ ਟੀਮ ਦੇ ਨਾਲ, ਐਂਟਾਇਰ ਟੀਮ ਦੇ ਨਾਲ ਅਸੀਂ ਇੱਥੇ ਆਏ ਹਾਂ ਔਰ ਉਹਨਾਂ ਨੂੰ ਮਿਲੇ ਹਾਂ। ਬਟ ਜੋ ਉਹਨਾਂ ਦਾ ਕਹਿਣਾ ਹੈ, ਉਹ ਕਹਿੰਦੇ ਜੀ ਮੈਨੂੰ ਇਹ ਬੰਦਾ ਨਜਾਇਜ਼ ਤੰਗ ਪਰੇਸ਼ਾਨ ਕਰਦਾ ਹੈ ਔਰ ਮੇਰੇ ਅਗੇਂਸਟ ਕੰਪਲੇਂਟਸ ਪਾਉਂਦਾ ਹੈ। ਲੇਕਿਨ ਇਹ ਜਿਹੜੇ ਪੇਪਰਸ ਹੈ, ਇਹ ਹੁਣ ਮੈਂ ਸੁਰਿੰਦਰ ਜੀ ਦੇ ਨਾਲ ਵੀ ਗੱਲ ਕੀਤੀ ਹੈ, ਟੋਟਲ 10 ਬੰਦਿਆਂ ਦੀਆਂ ਡਿਫਰੈਂਟ ਅੰਡਰ ਡਿਫਰੈਂਟ ਨੇਮਸ ਕੰਪਲੇਂਟਸ ਆ ਗਈਆਂ ਹੋਈਆਂ ਨੇ। ਡਿਫਰੈਂਟ ਸਿਟੀਜ਼ ਵੀ ਹੈ, ਡਿਫਰੈਂਟ ਡਿਪਾਰਟਮੈਂਟਸ ਵੀ ਹੈ, ਡਿਫਰੈਂਟ ਸਾਰੇ ਬੰਦੇ ਵੀ ਨੇ ਜੀ। ਔਰ ਜਿਹਦੇ ਵਿੱਚ ਮੰਦਭਾਗੀ ਗੱਲ ਸਭ ਤੋਂ ਵੱਡੀ ਇਹ ਹੈ ਕਿ 2 ਲੇਡੀਜ਼ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ ਅਗੇਂਸਟ ਕੰਪਲੇਂਟ ਕੀਤੀ ਹੈ। ਔਰ ਕੌਜ਼ ਜਾਣ ਕੇ ਵਾਕਈ ਬੜਾ ਦੁੱਖ ਹੋਇਆ ਕਿ ਹਾਂ, ਇਸ ਕੌਜ਼ ਦੇ ਅੰਡਰ ਵੀ ਇੱਕ ਐਡੇ ਵੱਡੇ ਅਫਸਰ ਦੀ ਕੰਪਲੇਂਟ ਗਈ ਹੈ। ਮੈਂ ਬੜੀ ਰਿਕੁਐਸਟ ਕੀਤੀ ਉਹਨਾਂ ਨੂੰ। ਮੀਡੀਆ ਨੂੰ 2018 ਦੀ ਆਰਪੀ ਸਿੰਘ ਨਾਂ ਦੀ ਸਸਪੈਂਸ਼ਨ ਲੈਟਰ ਵੀ ਦਿਖਾਈ ਗਈ ਸੀ, ਜਿੱਥੇ ਠੀਕ ਹੈ ਜੀ ਪਤਾ ਲੱਗਾ, ਮੈਨੂੰ ਵੀ ਪਤਾ ਲੱਗਾ ਕਿ ਜਿਹਦੇ ਵਿੱਚ ਇਹਨਾਂ ਨੂੰ ਚਾਰਜ ਕੀਤਾ ਗਿਆ ਸੀਗਾ ਔਰ ਉਹਦੇ ਅੰਡਰ ਇਹਨਾਂ ਦੀ ਸਸਪੈਂਸ਼ਨ ਹੋਈ ਸੀ। ਪਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸਰਕਾਰ ਸਾਰੀਆਂ ਸਹੂਲਤਾਂ ਹਰ ਆਫਿਸਰ ਲੌਬੀ ਨੂੰ ਦੇਣੀਆਂ ਚਾਹੁੰਦੀ ਹੈ, ਸਰਕਾਰ ਇੰਨਾ ਅੱਛਾ ਅਗਰ ਕੰਮ ਕਰ ਰਹੀ ਹੈ ਤੇ ਉਸ ਸਰਕਾਰੀ ਅਦਾਰਿਆਂ ਦੇ ਵਿੱਚੋਂ ਇੱਕ ਸਰਕਾਰੀ ਅਫਸਰ ਦੇ ਨਾਲ ਇਹ ਸਲੂਕ ਹੋ ਰਿਹਾ, ਇਸ ਚੀਜ਼ ਦਾ ਅਸੀਂ ਨਿਆਂ ਚਾਹੁੰਦੇ ਹਾਂ। ਇਸ ਕਰਕੇ ਅਸੀਂ ਇਹਨਾਂ ਨੂੰ ਮਿਲਣ ਆਏ ਸੀਗੇ। ਮੈਂ ਵੀ ਐਕਸਿਨ ਸਾਹਿਬ ਨੂੰ ਮਿਲੀ, ਮੈਂ ਤੁਹਾਨੂੰ 2 ਵਾਰੀ ਪਹਿਲੇ ਵੀ ਕਹਿ ਦਿੱਤਾ, ਲੇਕਿਨ ਮੈਨੂੰ ਕੋਈ ਵੀ ਸੈਟਿਸਫੈਕਟਰੀ ਗੱਲ ਜਿਹੜੀ ਹੈ ਉਹਨਾਂ ਦੇ ਜਵਾਬਾਂ ਦੇ ਵਿੱਚ ਨਹੀਂ ਲੱਗੀ।